नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। बठिंडा में कलयुगी बेटे ने गोली मारकर की पिता की हत्या, घर में ही कर दिया अंतिम संस्कार। पंजाब सरकार की भ्रष्टाचार के खिलाफ चलाई गई मुहिम के तहत सीएम भगवंत सिंह मान का बड़ा बयान आया सामने। कहा, अपना हो या पराया, कोई भी बख्शा नहीं जाएगा। जंडियाला गुरु में चोरों ने किसान के घर को बनाया निशाना। 30 तोले सोना, 50,000 की नकदी चोरी कर हुए फरार। और अब हलचल विस्तार से। बठिंडा के गांव सिविया में जायदाद और पैसों के बंटवारे को लेकर एक बेटे ने अपने पिता वरिंदर सिंह की गोली मारकर हत्या कर दी। इतना ही नहीं, कलयुगी बेटे ने शव का अंतिम संस्कार घर के अंदर ही कर दिया। इस संबंधी जानकारी देते हुए एसपी सिटी नरेंद्र सिंह ने बताया कि एक ही परिवार में सिर्फ 3 लोग थे, जिसमें पिता, बेटा और एक माँ थी। इसमें 45 वर्ष के बेटे और 70 वर्ष के पिता के बीच जायदाद के बंटवारे और पैसों को लेकर पिछले लंबे समय से झगड़े होते थे। कई बार पंचायती समझौते भी हुए, लेकिन गुरुवार की देर शाम पिता वरिंदर सिंह और बेटे यादविंदर के बीच फिर से पुराने विवाद को लेकर कहासुनी हो गई। तैश में आकर बेटे यादविंदर ने 12 बोर की राइफल से फायर कर दिया, जो वरिंदर सिंह की छाती में लगा, जिससे बुजुर्ग पिता की मौके पर ही मौत हो गई। बाद में आरोपी ने कुछ रिश्तेदारों को बुलाकर घर में ही अपने पिता का अंतिम संस्कार कर दिया। जब पड़ोसियों को पता लगा तो उन्होंने पुलिस को सूचित किया, जिसके बाद पुलिस टीम ने उक्त आरोपी को काबू किया। इस दौरान पूछताछ में यादविंदर ने अपना जुर्म कबूल किया है। फिलहाल आरोपी को बठिंडा अदालत में पेश कर पुलिस रिमांड हासिल किया जाएगा और हत्यारे का समर्थन करने वालों के खिलाफ भी कानूनी कार्रवाई की जाएगी। ਇਹ ਸਾਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਯਾਦਵਿੰਦਰ ਸਿੰਘ ਨਾਮ ਦਾ ਵਿਅਕਤੀ ਹੈ, ਪਿੰਡ ਸਿਵੀਆਂ ਦਾ ਰਹਿਣ ਵਾਲਾ ਹੈ। ਤਾਂ ਇਹਨੇ ਜਿਹੜਾ ਹੈਗਾ ਆਪਣੇ ਪਿਓ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਤੇ ਉਹਦੇ ਮਾਰਨ ਤੋਂ ਬਾਅਦ ਘਰ ਦੇ ਵਿੱਚ ਹੀ ਜਿਹੜਾ ਹੈਗਾ ਲੱਕੜਾਂ ਇਕੱਠੀਆਂ ਕਰਕੇ ਉਹਨੂੰ ਸਾੜ ਦਿੱਤਾ। ਸੋ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਇਹ ਟੀਮਾਂ ਦੀ ਸੁਪਰਵਿਜ਼ਨ ਦੇ ਵਿੱਚ ਡੀਐਸਪੀ ਸਾਹਿਬ ਸਿਟੀ 2 ਸਰਬਜੀਤ ਸਿੰਘ ਜੀ ਅਤੇ ਐਸਐਚਓ ਥਰਮਲ ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਤਫਤੀਸ਼ ਕੀਤੀ ਜਾ ਰਹੀ ਸੀਗੀ। ਪੜਤਾਲ ਤੋਂ ਇਹ ਨਿਕਲ ਕੇ ਗੱਲ ਸਾਹਮਣੇ ਆਈ ਕਿ ਜਿਹੜਾ ਇਹ ਬੰਦਾ ਹੈਗਾ ਯਾਦਵਿੰਦਰ ਸਿੰਘ, ਇਸ ਨੇ ਆਪਣੇ ਪਿਓ ਨੂੰ ਜਿਹੜਾ ਹੈਗਾ 20 ਤਰੀਕ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ, ਤਕਰੀਬਨ 3 ਵਜੇ ਦੁਪਹਿਰੇ, ਜਦੋਂ ਇਹ ਆਪਸ ਦੇ ਵਿੱਚ ਕਿਸੇ ਪ੍ਰਾਪਰਟੀ ਨੂੰ ਲੈ ਕੇ ਇਹਨਾਂ ਦੇ ਆਪਸ ਵਿੱਚ ਝਗੜਾ ਕੀਤਾ। ਝਗੜੇ ਦੇ ਵਿੱਚ ਗੱਲ ਇੰਨੀ ਵੱਧ ਗਈ ਕਿ ਇਹਨੇ ਆਪਣੇ ਪਿਓ ਦੀ ਰਾਈਫਲ ਦੇ ਨਾਲ 2 ਗੋਲੀਆਂ ਮਾਰੀਆਂ ਤੇ ਆਪਣੇ ਪਿਓ ਨੂੰ ਜਿਹੜਾ ਹੈਗਾ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਇਹਨੇ ਘਰ ਦੇ ਵਿੱਚ ਹੀ ਲੱਕੜਾਂ ਇਕੱਠੀਆਂ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹਦੇ ਘਰ ਦੇ ਵਿੱਚ ਹੀ ਸਾੜ ਦਿੱਤਾ ਤੇ ਸਾੜਨ ਤੋਂ ਬਾਅਦ ਜਿਹੜਾ ਹੈਗਾ ਇਹ ਚੁੱਪ ਕਰਕੇ ਜਿਹੜਾ ਹੈਗਾ ਬੈਠ ਗਏ। ਇਹਨਾਂ ਨੇ ਆਪਣੇ ਕ੍ਰਾਈਮ ਨੂੰ ਜਿਹੜਾ ਹੈਗਾ ਜੋ ਕੀਤਾ ਸੀਗਾ ਉਹਨੂੰ ਲੁਕਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਸੋ ਬੇਸਿਕਲੀ ਅਸੀਂ ਇਸ ਸਾਰੇ ਐਪੀਸੋਡ ਦੇ ਵਿੱਚ FIR ਨੰਬਰ 75 ਅੰਡਰ ਸੈਕਸ਼ਨ 103 BNS ਐਂਡ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ। ਇਸ ਮੁਕੱਦਮੇ ਦੇ ਵਿੱਚ ਅਸੀਂ ਯਾਦਵਿੰਦਰ ਸਿੰਘ ਜਿਹੜਾ ਹੈਗਾ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਗ੍ਰਿਫਤਾਰੀ ਤੋਂ ਬਾਅਦ ਜਿਹੜੀ ਹੈਗੀ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਨੇ ਆਪਣੇ ਕ੍ਰਾਈਮ ਸੰਬੰਧੀ ਜਿਹੜੀ ਹੈਗੀ ਕਨਫੈਸ਼ਨ ਕੀਤੀ ਹੈ। ਸੋ ਅਸੀਂ ਇਹਦੀ ਫਰਦਰ ਅਸੀਂ ਇਹਨੂੰ ਪੁਲਿਸ ਰਿਮਾਂਡ ਦੇ ਉੱਪਰ ਲੈ ਕੇ ਹੋਰ ਅੱਗੇ ਡੂੰਘਾਈ ਨਾਲ ਤਫਤੀਸ਼ ਕਰਾਂਗੇ ਕਿ ਇਹਦੇ ਨਾਲ ਇਸ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਨਹੀਂ ਹੈ ਇਸ ਮੁਕੱਦਮੇ ਦੇ ਵਿੱਚ। ਸੋ ਬੇਸਿਕਲੀ ਉਸ ਨੂੰ ਅੱਗੇ ਫਰਦਰ ਤਫਤੀਸ਼ ਕੀਤੀ ਜਾਊਗੀ। ਸਰ ਜੇ ਗੱਲ ਕਰੀਏ ਮੇਨ ਕਾਰਨ ਪ੍ਰਾਪਰਟੀ ਦਾ ਹੀ ਹੈ ਵੀ ਜੋ ਇਹਨੇ ਮਰਡਰ ਕੀਤਾ ਆਪਣੇ ਫਾਦਰ ਦਾ। ਹਾਂ, ਜੋ ਮੁੱਢਲੀ ਪੁੱਛਗਿੱਛ ਦੇ ਵਿੱਚ ਇਹਨੇ ਦੱਸਿਆ ਕਿ ਇਹ ਪ੍ਰਾਪਰਟੀ ਸੰਬੰਧੀ ਆਪਣੇ ਪਿਓ ਤੋਂ ਮੰਗ ਕਰਦਾ ਸੀਗਾ। ਪਹਿਲਾਂ ਵੀ ਜ਼ਮੀਨ ਜਾਇਦਾਦ ਦੀ ਮੰਗ ਕੀਤੀ ਸੀਗੀ। ਉਸ ਦਿਨ ਵੀ 20 ਤਰੀਕ ਨੂੰ ਵੀ ਇਹਨੇ ਜ਼ਮੀਨ ਜਾਇਦਾਦ ਦੀ ਮੰਗ ਕੀਤੀ। ਸੋ ਉਹਦੇ ਬਾਅਦ ਜਿਹੜੀ ਹੈਗੀ ਇਹਨਾਂ ਦੀ ਤਕਰਾਰ ਹੋ ਗਈ। ਤਕਰਾਰ ਹੋਣ ਤੋਂ ਬਾਅਦ ਜਿਹੜੀ ਤਕਰਾਰ ਇੰਨੀ ਵੱਧ ਗਈ ਕਿ ਇਹਨੇ ਜਿਹੜੀ ਹੈਗੀ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ। ਪਿੰਡ ਮਹਿਮਾ ਸਰਕਾਰੀ ਹੈ ਜੀ ਤੇ ਇਹਨਾਂ ਦਾ ਨਾਮ ਵੀਰਿੰਦਰ ਸਿੰਘ ਸੀਗਾ ਤੇ ਇਹਨਾਂ ਦੇ ਬੇਟੇ ਦਾ ਨਾਮ ਯਾਦਵਿੰਦਰ ਹੈ। ਤੇ ਮੈਨੂੰ ਅੱਜ ਇਹ ਚੀਜ਼ ਦਾ ਪਤਾ ਲੱਗਿਆ। ਮੈਂ ਆਇਆ ਸੀ ਪਹਿਲਾਂ ਵੀ, ਜਦੋਂ ਮੈਨੂੰ ਪਤਾ ਲੱਗਿਆ ਵੀ ਇਦਾਂ ਗੱਲ ਹੋ ਗਈ, ਉਦੋਂ ਸੰਸਕਾਰ ਸ਼ੁਰੂ ਸੀਗਾ ਜਦੋਂ ਮੈਂ ਆਇਆ। ਕਿੰਨੇ ਕੁ ਵਜੇ ਦੀ ਗੱਲ ਹੈ? ਤਕਰੀਬਨ 7:30 ਦੇ ਕਰੀਬ ਹੋ ਗਈ। ਸਵੇਰੇ ਨਹੀਂ, ਸ਼ਾਮਾਂ ਨੂੰ। ਹੁਣ ਇਹ 7-8 ਜਣੇ, 5-6 ਜਣੇ ਇੰਨੇ ਕੁ ਹੋਣੇ ਜੀ। ਮੈਂ ਬਾਕੀਆਂ ਇਹਨਾਂ ਨੂੰ ਜਾਣਦਾ ਨਹੀਂ ਕਿਉਂਕਿ ਇਹ ਪਿੰਡ ਵਾਲੇ, ਮੈਂ ਰਿਸ਼ਤੇਦਾਰ ਹਾਂ। हाँ, मैं इन्हों दा साडू हाँ जी। जिन्हां दी मौत हुई। हाँ जी, हाँ जी। भ्रष्टाचार के खिलाफ चलाई गई मुहिम के तहत विजिलेंस की टीम ने आप विधायक के खिलाफ बड़ी कार्रवाई
करते हुए दोपहर 4 बजे उन्हें गिरफ्तार किया। वहीं विधायक की गिरफ्तारी के बाद सीएम मान लाइव हुए और उन्होंने कहा कि भ्रष्टाचार को लेकर हमारी नीति बिल्कुल साफ है। चाहे कोई अपना हो या पराया, कोई भी किसी भी प्रकार का भ्रष्टाचार करे तो उसे बर्दाश्त नहीं किया जाएगा और कानूनी कार्रवाई ज़रूर होगी। उन्होंने जनता से अपील की है कि भ्रष्टाचार चाहे कोई ऑफिसर या नेता करता हुआ पाया गया तो उसे बख्शा नहीं जाएगा। आम आदमी पार्टी ने साबित कर दिया कि चाहे पार्टी का अपना कोई नेता भ्रष्टाचारी करता हुआ पाया गया। दोबारा, आम आदमी पार्टी ने साबित कर दिया कि चाहे पार्टी का अपना कोई नेता भ्रष्टाचार करता हुआ पाया गया तो उसके खिलाफ भी कार्रवाई की गई है। अब समय आ गया है कि सिस्टम को बिल्कुल क्लीन कर दिया जाएगा। छोटे दुकानदारों के दस्तावेज़ों में कमी निकालना और उन्हें बुलाकर पैसे मांगना ये बर्दाश्त नहीं किया जाएगा। व्यापारियों, दुकानदारों और लोगों से सीएम मान ने अपील की है कि अगर कोई उन्हें परेशान कर रहा है या दस्तावेज में कमी दिखाकर पैसे लेने के लिए मजबूर कर रहा है तो वे उसकी शिकायत विजिलेंस पोर्टल में दें। भ्रष्टाचार के मामले में कोई भी बख्शा नहीं जाएगा। ਲੋਕਾਂ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਸੰਭਾਲਿਆ ਤਾਂ ਅਸੀਂ ਇੱਕ ਗਰੰਟੀ ਦੇ ਕੇ ਆਏ ਸੀ ਕਿ ਅਸੀਂ ਭ੍ਰਿਸ਼ਟਾਚਾਰ ਜਿਹੜਾ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਹ ਭ੍ਰਿਸ਼ਟਾਚਾਰ ਭਾਵੇਂ ਕਿੱਡਾ ਵੀ ਅਫਸਰ ਜਾਂ ਕੋਈ ਪੋਲੀਟੀਕਲ ਪਾਵਰ ਰੱਖਣ ਵਾਲਾ ਬੰਦਾ ਕਰਦਾ ਹੋਵੇ, ਬਖਸ਼ਿਆ ਨਹੀਂ ਜਾਊਗਾ। ਅੱਜ ਇੱਕ ਵਾਰੀ ਫੇਰ ਆਮ ਜਨਤਾ ਨੂੰ ਇਹ ਪਤਾ ਲੱਗ ਗਿਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਨਹੀਂ ਦੇਖਦੀ ਕਿ ਭ੍ਰਿਸ਼ਟਾਚਾਰ ਕੌਣ ਕਰ ਰਿਹਾ ਹੈ, ਭਾਵੇਂ ਸਾਡਾ ਕੋਈ ਆਪਣਾ ਹੋਵੇ। ਪਰ ਇਹ ਜਿਹੜੀ ਲੜਾਈ ਹੈ ਇਹ ਕਿਸੇ ਵਿਅਕਤੀ ਵਿਰੁੱਧ ਨਹੀਂ ਹੈਗੀ, ਇਹ ਭ੍ਰਿਸ਼ਟ ਸਿਸਟਮ ਦੇ ਵਿਰੁੱਧ ਹੈ। ਕਿਉਂਕਿ ਇੱਕ ਕਰਪਸ਼ਨ ਦਾ ਜਿਹੜਾ ਭ੍ਰਿਸ਼ਟਾਚਾਰ ਦਾ ਜਿਹੜਾ ਗੁਣ ਹੈ, ਜਿਹੜੀ ਸਿਉਂਕ ਹੈ, ਇਹਨੇ ਸਿਸਟਮ ਨੂੰ ਬਹੁਤ ਖੋਖਲਾ ਕੀਤਾ ਹੋਇਆ। ਤੇ ਸਾਡੀ ਜ਼ੀਰੋ ਟੋਲਰੈਂਸ ਆਮ ਆਦਮੀ ਪਾਰਟੀ ਦੀ ਇਸ ਪ੍ਰਤੀ ਰਹੂਗੀ ਤੇ ਰਹੀ ਹੈ। ਹੁਣ ਟਾਈਮ ਆ ਗਿਆ ਕਿ ਅਸੀਂ ਸਿਸਟਮ ਨੂੰ ਬਿਲਕੁਲ ਕਲੀਨ ਕਰ ਦੇਣਾ। ਛੋਟੇ ਛੋਟੇ ਦੁਕਾਨਦਾਰਾਂ ਤੋਂ ਜਾਂ ਵਪਾਰੀਆਂ ਤੋਂ ਕੋਈ ਨਾ ਕੋਈ ਕਾਗਜ਼ ਪੱਤਰ 'ਚ ਨੁਕਸ ਕੱਢ ਕੇ ਉਹਨਾਂ ਨੂੰ ਬੁਲਾਉਣਾ, ਫਿਰ ਉਹਨਾਂ ਨੂੰ ਬਲੈਕਮੇਲ ਕਰਨਾ ਜਾਂ ਉਹਨਾਂ ਤੋਂ ਜਬਰਨ ਪੈਸੇ ਲੈਣਾ, ਇਹ ਬਿਲਕੁਲ ਨਹੀਂ ਚੱਲੂਗਾ। ਵਪਾਰੀਆਂ ਨੂੰ, ਦੁਕਾਨਦਾਰਾਂ ਨੂੰ ਜਾਂ ਜੇ ਕਾਰੋਬਾਰੀਆਂ ਨੂੰ ਸਰਕਾਰ ਵੱਲੋਂ ਪੂਰੀ ਮੈਂ ਅਸ਼ੋਰੈਂਸ ਦਿੰਦਾ ਕਿ ਅਸੀਂ ਤੁਹਾਡੇ ਨਾਲ ਖੜਾਂਗੇ। ਜੇ ਤੁਹਾਨੂੰ ਕੋਈ ਅਫਸਰ, ਕੋਈ ਲੀਡਰ, ਚਾਹੇ ਜਿੱਡਾ ਮਰਜ਼ੀ, ਚਾਹੇ ਸਾਡੀ ਸਰਕਾਰ ਦੇ ਵਿੱਚ ਹੀ ਆ, ਉਹ ਕੋਈ ਤੰਗ ਕਰਦਾ ਹੈ, ਕੋਈ ਬਲੈਕਮੇਲ ਕਰਦਾ ਹੈ, ਕੋਈ ਕਾਗਜ਼ ਪੱਤਰ ਨੂੰ ਜਾਣਬੁੱਝ ਕੇ ਲੇਟ ਕਰ ਰਿਹਾ ਹੈ ਜਾਂ ਭ੍ਰਿਸ਼ਟਾਚਾਰ ਕਰਨ 'ਤੇ ਮਜਬੂਰ ਕਰ ਰਿਹਾ ਤੁਹਾਨੂੰ, ਜਾਂ ਮਾਹੌਲ ਬਣਾ ਰਿਹਾ ਕਰਪਸ਼ਨ ਦਾ, ਤਾਂ ਬਿਲਕੁਲ ਡਰੋ ਨਾ, ਸ਼ਿਕਾਇਤ ਕਰੋ ਔਰ ਕਾਰਵਾਈ ਕਰਨਾ ਸਾਡਾ ਕੰਮ ਹੈ। ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਕਹਿ ਚੁੱਕਿਆ ਕਿ ਭਾਵੇਂ ਮੇਰਾ ਕੋਈ ਆਪਣਾ ਹੋਵੇ, ਕੋਈ ਸਕਾ ਹੋਵੇ, ਪਰ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਬਖਸ਼ਿਆ ਨਹੀਂ ਜਾਊਗਾ। ਔਰ ਮੈਂ ਸਾਰੇ ਅਫਸਰਾਂ ਨੂੰ ਜਾਂ ਜਿੰਨੇ ਵੀ ਲੀਡਰ ਨੇ, ਚਾਹੇ ਉਹ ਕਿਸੇ ਵੀ ਅਹੁਦੇ 'ਤੇ ਨੇ, ਮੈਂ ਉਹਨਾਂ ਨੂੰ ਫਿਰ ਇੱਕ ਵਾਰੀ ਇਹ ਦੱਸ ਦੇਣਾ ਚਾਹੁੰਦਾ ਕਿ ਕਰਪਸ਼ਨ ਵਾਸਤੇ ਸਾਡੀ ਜ਼ੀਰੋ ਟੋਲਰੈਂਸ ਹੈ। ਅਸੀਂ ਕੋਈ ਤਰਸ ਨਹੀਂ ਖਾਵਾਂਗੇ, ਕੋਈ ਕਿਸੇ 'ਤੇ ਰਹਿਮ ਨਹੀਂ ਕਰਾਂਗੇ। ਕਿਉਂਕਿ ਜਿਹਨੇ ਕੋਈ 10,000 20,000 ਮੰਗ ਲਿਆ ਜਾਂ ਕੋਈ ਲੱਖਾਂ ਦੀ ਗਿਣਤੀ 'ਚ ਵੀ ਕਰ ਲੈਂਦੇ ਆ ਕਰਪਸ਼ਨ, ਉਹ ਜਿਹੜਾ ਬੰਦਾ ਮਜਬੂਰ ਕਰਤਾ ਤੁਸੀਂ ਪੈਸੇ ਦੇਣ 'ਤੇ, ਉਹ ਪਤਾ ਨਹੀਂ ਕਿਹੜੀਆਂ ਹਾਲਾਤਾਂ 'ਚੋਂ ਲੰਘ ਕੇ ਉਹ ਪੈਸੇ ਲੈ ਕੇ ਆਉਂਦਾ ਹੈ।
ਕਿੱਥੇ ਕਿੱਥੇ ਮਿੰਨਤਾਂ ਕਰਦਾ ਹੋਊਗਾ, ਕਿਵੇਂ ਕਿਵੇਂ ਉਹਨੂੰ, ਉਹਦੇ ਦਿਲ ਤੇ ਕੀ ਬੀਤਦੀ ਹੋਊਗੀ। ਸੋ ਇਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਜਿਹੜਾ ਉਹ ਬਰਕਤ ਕਰਦਾ ਹੈ। ਪੰਜਾਬੀ ਦੀ ਕਹਾਵਤ ਹੈ, ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ। ਪਾਪ ਦੀ ਕਮਾਈ ਬਰਕਤ ਨਹੀਂ ਕਰਦੀ, ਉਹ ਕਿਤੇ ਨਾ ਕਿਤੇ ਇੱਥੇ ਹੀ ਨਿਕਲ ਜਾਂਦੀ ਹੈ। ਕਿਸੇ ਦੀ ਔਲਾਦ ਵਿੱਚ ਦੀ ਨਿਕਲ ਜਾਂਦੀ ਹੈ, ਔਲਾਦ ਮਾੜੀ ਨਿਕਲ ਆਉਂਦੀ ਹੈ, ਕਿਸੇ ਦਾ ਕੋਈ ਹੋਰ ਨੁਕਸਾਨ ਹੋ ਜਾਂਦਾ। ਪਰਮਾਤਮਾ ਸਭ ਦੇਖਦਾ, ਕਹਿੰਦੇ ਸਵਰਗ ਨਰਕ ਇੱਥੇ ਹੀ ਨੇ। ਸੋ ਇੱਕ ਵਾਰੀ ਫਿਰ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ, ਪੰਜਾਬੀਆਂ ਨੂੰ ਮੈਂ ਬੇਨਤੀ ਕਰਦਾ, ਜੇ ਤੁਹਾਡੇ ਨਜ਼ਰ 'ਚ ਕੋਈ ਐਸਾ ਬੰਦਾ, ਚਾਹੇ ਉਹ ਕਿੱਡਾ ਮਰਜ਼ੀ ਹੋਵੇ ਪਾਵਰਫੁਲ, ਕਰਪਸ਼ਨ ਕਰਦਾ ਹੈ, ਜਾਂ ਤੁਹਾਨੂੰ ਕਰਪਸ਼ਨ ਜਾਂ ਤੁਹਾਨੂੰ ਰਿਸ਼ਵਤ ਦੇਣ ਵਾਸਤੇ ਮਜਬੂਰ ਕਰਦਾ, ਜਾਂ ਬਹਾਨੇ ਬਣਾ ਰਿਹਾ, ਮੌਕਾ ਭਾਲ ਰਿਹਾ, ਤਾਂ ਕਿਰਪਾ ਕਰਕੇ ਸਾਨੂੰ ਜ਼ਰੂਰ ਦੱਸੋ, ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸੋ ਸਾਡੀ ਪਾਰਟੀ ਨੇ ਇਹ ਦੱਸਤਾ ਕਿ ਅਸੀਂ ਆਪਣੇ ਵਿਰੁੱਧ ਵੀ ਜਿਹੜੀ ਹੈ ਉਹ ਕਾਰਵਾਈ ਕਰਦੇ ਹਾਂ। ਤੇ ਮੈਂ ਫਿਰ ਕਹਿਣਾ, ਇਹ ਕਿਸੇ ਵਿਅਕਤੀ ਵਿਰੁੱਧ ਨਹੀਂ, ਇਹ ਭ੍ਰਿਸ਼ਟਾਚਾਰੀ ਸਿਸਟਮ ਦੇ ਵਿਰੁੱਧ ਲੜਾਈ ਹੈ, और इस लड़ाई को जारी भी रखेंगे और जीतेंगे भी। इनकलाब जिंदाबाद। जंडियाला गुरु शहर में चोरों के हौसले दिन प्रतिदिन बुलंद होते जा रही हैं, जिसका ताज़ा मामला सामने आया है जंडियाला गुरु के माहीवाला खूह के नज़दीक, जहां पर चोरों ने एक किसान के घर को निशाना बनाते हुए लाखों रुपयों का सोना और हज़ारों रुपयों की नकदी चोरी की। इस संबंध में जानकारी देते हुए जसबीर कौर ने बताया कि गत रात्रि लगभग 12:15 बजे 4 लुटेरे ताला तोड़कर घर के अंदर दाखिल हुए और अलमारियां तोड़कर उसमें पड़ा 30 तोले सोना और 50,000 रुपयों की नकदी चोरी कर फरार हो गए। उन्होंने कहा कि उस समय घर में कोई नहीं था, तो वहीं इसकी सूचना जंडियाला गुरु पुलिस को दे दी गई है। इसलिए पीड़ितों ने सरकार और पुलिस प्रशासन से मांग की है कि चोरों को पकड़कर उनका सोना और नकदी वापस दिलाई जाए। तो वहीं जब इस संबंध में चौकी इंचार्ज नरेश कुमार से फ़ोन पर बात की गई, तो उन्होंने कहा कि वे सीसीटीवी कैमरों की फुटेज खंगाल रहे हैं, चोरों को जल्द ही काबू किया जाएगा। ਸੁਖਦੇਵ ਸਿੰਘ ਜੀ। ਸੁਖਦੇਵ ਸਿੰਘ ਜੀ, ਚੋਰੀਆਂ ਕੀ ਕਾਰਨ ਕੀ ਹੈ? ਚੋਰੀਆਂ ਦਾ ਮੁੱਖ ਕਾਰਨ ਹੈ ਨਸ਼ਾ, ਦੂਜਾ ਕਾਰਨ ਹੈ ਬੇਰੁਜ਼ਗਾਰੀ, ਤੇ ਇਹ ਆ ਵੀ ਕੋਈ ਨਾ ਕੋਈ ਨੁਕਸਾਨ ਤਾਂ ਹੋਇਆ ਇਹਨਾਂ ਦਾ, ਕੋਈ 30-35 ਲੱਖ ਤੋਂ ਵੱਧ ਹੀ ਹੋ ਗਿਆ। ਤੇ ਮੰਗ ਤੇ ਇਹ ਕਰਦੇ ਆ ਵੀ ਕਮ ਸੇ ਕਮ ਇਹਨਾਂ ਦਾ ਨੁਕਸਾਨ ਦੀ ਭਰਪਾਈ ਹੋਵੇ। ਸਾਡੀ ਚੋਰੀ ਹੋ ਗਈ ਹੈ ਜੀ, ਮੈਂ ਘਰ ਨਹੀਂ ਸੀ ਤੇ ਆਪਣੇ ਭਰਾ ਦਾ ਪਤਾ ਲੈਣ ਗਈ ਸੀ ਤੇ ਜਿੰਦਰੇ ਮਾਰ ਕੇ ਗਈ ਹਾਂ। ਤੇ ਕੋਈ ਜਾਣ ਪਛਾਣ ਵਾਲੇ ਸਾਡੇ ਸਾਰੇ ਵੀ ਇੱਥੇ ਹੈ ਆ, ਤੇ ਉਹਨੇ ਸਾਡੇ ਵੀ ਚੋਰੀ ਕਰਵਾਈ ਆ। ਵੀ ਮਹੱਲੇ ਚੋਂ ਹੀ ਆ ਸਾਰੇ ਮੁੰਡੇ, ਆ ਵੀ ਇੱਥੇ ਅੱਗੇ ਬੜੇ ਚੋਰ ਆ, ਚੋਰੀਆਂ ਕਰਦੇ, ਤੇ ਸਾਨੂੰ ਇਸ ਤਰ੍ਹਾਂ ਹੀ ਸ਼ੱਕ ਪੈਂਦਾ ਵੀ ਇਹ ਮਹੱਲੇ ਵਾਲਿਆਂ ਦਾ ਕੰਮ ਹੈ ਸਾਰਾ। 2404 ਮੇਰਾ ਮਕਾਨ ਨੰਬਰ ਹੈ ਜੀ। ਮਾਈ ਵਾਲਾ ਖੂਹ ਲਾਹੌਰੀਆਂ ਦਾ ਖੂਹ ਵੱਜਦਾ ਹੈ ਜੀ, ਜੰਡਿਆਲਾ ਗੁਰੂ। ਸਾਡਾ ਜੀ ਇਹਦੇ ਵਿੱਚ ਕਾਫੀ ਨੁਕਸਾਨ ਹੋ ਗਿਆ, ਜਿਹਦੇ ਵਿੱਚ 30 ਤੋਲੇ ਸੋਨਾ ਅਤੇ 50,000 ਰੁਪਇਆ ਨਗਦ ਹੀ ਜੀ। ਹਾਂਜੀ, ਇਹਦੇ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜੀ ਜੰਡਿਆਲੇ ਚੌਂਕੀ 'ਚ ਜੀ। पंजाब सरकार द्वारा युद्ध नशे के विरुद्ध चलाई गई मुहिम के तहत 2 तस्करों के घर पर बुलडोजर चलाया गया। ये कार्रवाई नगर निगम और पुलिस प्रशासन की अगुवाई में जालंधर स्थित गड़ा के फगवाड़ी मोहल्ला में की गई है। पुलिस ने कार्रवाई के दौरान इलाके में बैरिकेड लगाकर रास्तों को बंद कर दिया। हालांकि परिवार ने कार्रवाई के दौरान विरोध किया, लेकिन निगम ने अपनी कार्रवाई जारी रखी। वहीं मामले की जानकारी देते हुए एसीपी रूप कौर ने कहा कि नगर निगम टीम द्वारा अवैध निर्माण के चलते ये कार्रवाई की गई है। इस दौरान पुलिस प्रशासन को नगर निगम की ओर से कार्रवाई करने को लेकर नोटिस जारी किया था, जिसके चलते पुलिस द्वारा नगर निगम टीम को इस कार्रवाई को लेकर सुरक्षा मुहैया करवाई गई है। एसीपी ने कहा कि जिस घर पर कार्रवाई की गई है वे 3 भाई हैं, जिसमें से संजीव जेल में बंद है और दूसरा काली आरोपी फरार चल रहा है। दोनों आरोपियों के खिलाफ 12 मामले दर्ज हैं, जिनमें से 3 एनडीपीएस एक्ट के मामले हैं। जालंधर से हलचल के लिए कैमरामैन रजनीश शर्मा की रिपोर्ट। आज ये कार्रवाई अपनी पुलिस स्टेशन डिवीजन नंबर 7 जलंधर कमिश्नरेट ਦੇ ਵਿੱਚ ਕੀਤੀ ਜਾ ਰਹੀ ਹੈ ਜੀ। ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਇਹ ਡਿਮੋਲੀਸ਼ਨ ਕੀਤੀ ਗਈ ਹੈ, ਜਿਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੇ ਆਰਡਰ ਸੀ ਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ।
ਤੇ ਆਪਣੇ ਪੁਲਿਸ ਰਿਕਾਰਡ ਚੈੱਕ ਕਰਨ ਤੇ ਇਹ ਵੀ ਪਾਇਆ ਗਿਆ ਜੀ ਇਹਦੇ ਵਿੱਚ ਇਸ ਘਰ ਦੇ ਵਿੱਚ 2 ਜਣੇ ਰਹਿੰਦੇ ਜਿਨ੍ਹਾਂ ਤੇ ਟੋਟਲ 12 ਮੁਕੱਦਮੇ ਦਰਜ ਹੈ ਤੇ 3 ਐਨਡੀਪੀਐਸ ਦੇ ਵੀ ਕਾਫੀ ਗੰਭੀਰ ਮੁਕੱਦਮੇ ਦਰਜ ਨੇ। ਬਿਲਕੁਲ ਜੀ, ਇਹ ਜਿਹੜੀ ਪ੍ਰਾਪਰਟੀ ਹੈ ਕਾਰਪੋਰੇਸ਼ਨ ਦੇ ਹੁਕਮਾਂ ਦੇ ਤਹਿਤ ਡਿਮੋਲਿਸ਼ ਕੀਤੀ ਗਈ ਤੇ ਇਲੀਗਲ ਇਨਕਰੋਚਮੈਂਟ ਹੈ ਜੀ।